जी का खालसा वाहिगुरु जी की फतेह। सतनाम श्री वाहिगुरु साहिब जीओ। धन 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 जन आया, जिस प्रसाद सब जगत तराया। जानिया बनका एह सुआओ, जन कै संग चित आवै नाओ। आप मुकत मुकत करै संसार, नानक तिस जन को सदा नमस्कार। दंडौत बंदन अनक बार, सर्ब कला समरथ। डोलन ते राखो प्रभु, नानक दे कर हथ। परम सन्मानयोग दस ਸਰੂਪਾਂ ਦੀ ਆਤਮਿਕ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਿਲ ਜੁੜ ਕਰਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਡਭਾਗੀ ਹਾਂ। ਮਹਾਂਪੁਰਖਾਂ ਦੀ ਯਾਦ ਅੰਦਰ ਅੱਜ ਸਤਿਗੁਰਾਂ ਕੇ ਚਰਨਾਂ ਦੇ ਵਿੱਚ ਜੁੜ ਮਿਲ ਕਰਕੇ ਬੈਠੇ ਹਾਂ। ਸਤਿਗੁਰਾਂ ਨੇ ਭਲੇ ਉਦਮ ਬਖਸ਼ਿਸ਼ ਕਰਵਾਏ ਹਨ। ਸਤ ਸੰਗਤ ਦੀਆਂ ਘੜੀਆਂ ਜੋ ਬਖਸ਼ਿਸ਼ ਹੋਈਆਂ ਹਨ, ਮਹਾਂਪੁਰਖਾਂ ਦੀ ਯਾਦ ਅੰਦਰ ਜੋ ਇਹ ਸਮਾਗਮ ਉਲੀਕੇ ਗਏ ਹਨ, ਸਮੂਹ ਸੰਗਤ ਹੀ ਵਡਭਾਗੀ ਹੈ। ਮਹਾਂਪੁਰਖਾਂ ਦੇ ਪਰਥਾਏ ਕੁਝ ਵੀ ਕਹਿਣਾ, ਕੁਝ ਵੀ ਸੁਣਨਾ ਜਿਹੜਾ ਹੈ ਇਹ ਕਥਨੀ ਤੋਂ ਬਾਹਰ ਹੋਵੇਗਾ। ਸਤਿਗੁਰਾਂ ਕੇ ਬਚਨ ਹਾਂ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਰੱਬ ਦੇ ਪਿਆਰੇ ਬੈਠ ਕਰਕੇ ਉਸ ਪਰਮਾਤਮਾ ਦੀ ਕੀਰਤੀ ਨੂੰ ਕਰਦੇ ਹਨ, ਉਹ ਅਸਥਾਨ ਜਿਹੜੇ ਸੋਭਨੀਕ ਹੋ ਜਾਂਦੇ ਹਨ। ਭਲੀ ਸੁਹਾਵੀ ਛਾਪੜੀ ਜਾ ਮਹਿ ਗੁਣ ਗਾਏ, ਉਹ ਛਪੜੀ ਵੀ ਫਿਰ ਪੂਜਣ ਯੋਗ ਬਣ ਜਾਂਦੀ ਹੈ, ਜਿੱਥੇ ਬਹਿ ਕਰਕੇ ਗੁਰੂ ਦਾ ਆਰਾਧਨ ਹੋ ਜਾਵੇ। ਅੱਜ ਸਮੁੱਚੀ ਸੰਗਤ ਮਹਾਂਪੁਰਖਾਂ ਦੇ ਅਸਥਾਨ 'ਤੇ ਨਤਮਸਤਕ ਹੋ ਰਹੀ ਹੈ। ਮਤ ਜਾਣੀਏ ਕਿ ਕੋਈ ਆ ਕਰਕੇ ਇੱਥੇ ਕੁੱਲੀ ਨੂੰ, ਇੱਥੇ ਇੱਟਾਂ ਨੂੰ ਜਾਂ ਇੱਥੇ ਕਾਨਿਆਂ ਨੂੰ ਸਜਦਾ ਕਰਦਾ ਹੈ। ਨਹੀਂ, ਇਸ ਅੰਦਰ ਬੈਠ ਕਰਕੇ ਜਿਹੜਾ ਗੁਰੂ ਦਾ ਆਰਾਧਨ ਹੋਇਆ ਹੈ, ਇਸ ਆਰਾਧਨ ਨੂੰ ਸਾਰੇ ਸਜਦਾ ਕਰਦੇ ਹਨ। ਆਓ ਸਤਿਗੁਰਾਂ ਦੇ ਪਿਆਰ ਦੇ ਵਿੱਚ, ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਧਰਦੇ ਹੋਏ ਬੁਲਾਓ ਫਤਿਹ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਤੋਂ ਜੋ ਮਾਘ ਦਾ ਮਹੀਨਾ ਵੀ ਪ੍ਰਾਰੰਭ ਹੁੰਦਾ ਹੈ, ਸਤਿਗੁਰਾਂ ਕੇ ਬਚਨ ਹਨ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅੱਜ ਦੇ ਦਿਨ ਇਸ ਮਹੀਨੇ ਦੇ ਪਰਥਾਏ ਜੋ ਸਤਿਗੁਰਾਂ ਕੇ ਬਚਨ ਹਨ ਕਿ ਇਹ ਮਾਘ ਦੇ ਮਹੀਨੇ ਦੇ ਵਿੱਚ ਗੁਰੂ ਦੇ ਪਿਆਰਿਆਂ ਦੀ ਕਿਤੇ ਚਰਨ ਧੂੜੀ ਦੇ ਵਿੱਚ ਰਹਿ ਕਰਕੇ ਉਹਨਾਂ ਦਾ ਕਿਤੇ ਇਸ਼ਨਾਨ ਤੂੰ ਕਰ ਲਵੇ ਤੇ ਤੇਰਾ ਆਇਆ ਹੋਇਆ ਜਿਹੜਾ ਹੈ ਇਹ ਸਫਲ ਹੋ ਜਾਵੇ। ਸਾਧੂ ਦੀ ਚਰਨ ਧੂੜੀ ਦੀ ਜਿਹੜੀ ਹੈ ਇਹ ਬੜੀ ਮਹਿਮਾ। ਗੁਰਮਤ ਦੇ ਸਿਧਾਂਤ ਦੇ ਅਨੁਸਾਰ ਅਸੀਂ ਜੋੜਿਆਂ ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਹੀਂ ਲਿਆ ਸਕਦੇ, ਪਰ ਬੜੀ ਵੱਡੀ ਗੱਲ ਹੈ ਜੇ ਗੁਰੂ ਘਰ ਦੀ ਕਿਰਪਾ ਲੈਣੀ ਹੋਵੇ ਤੇ ਉਹ ਜੋੜਿਆਂ ਦੇ ਵਿੱਚ ਜਾ ਕੇ ਹੀ ਮਿਲਦੀ। ਕਿਰਪਾ ਮਿਲੇਗੀ ਜੋੜਿਆਂ ਦੇ ਵਿੱਚੋਂ, ਪਰ ਗੁਰੂ ਦੀ ਹਜ਼ੂਰੀ ਦੇ ਵਿੱਚ ਜੋੜੇ ਨਹੀਂ। ਕਿਉਂਕਿ ਜੋੜਿਆਂ ਦੇ ਵਿੱਚ ਜੇ ਤੂੰ ਜਾ ਕਰਕੇ ਬੈਠੇਗਾ ਤੇ ਤੇਰਾ ਮਨ ਜਿਹੜਾ ਹੈ ਇਹ ਨਿਰਮਲ ਹੋਵੇਗਾ। ਤੇਰਾ ਮਨ ਜਿਹੜਾ ਹੈ ਇਹ ਹਉਮੈ ਦੀ ਮੈਲ ਤੋਂ ਰਹਿਤ ਹੋਵੇਗਾ। ਤੇਰੇ ਅੰਦਰ ਜਿਹੜਾ ਹੰਕਾਰ ਹੈ ਕਿਤੇ ਇਹ ਹੰਕਾਰ ਨੂੰ ਚੋਟ ਵੱਜੇਗੀ। ਜਦੋਂ ਉਸ ਹੰਕਾਰ ਦਾ ਤੇਰੇ ਜੀਵਨ ਦੇ ਵਿੱਚੋਂ ਘਾਟਾ ਹੋਵੇਗਾ ਤੇ ਗੁਰੂ ਦੀ ਕਿਰਪਾ ਦਾ ਤੇਰੇ ਅੰਦਰ ਵਾਧਾ ਹੋ ਜਾਵੇਗਾ। ਧਾਰਮਿਕ ਬੰਦਾ ਧਰਮ ਨੂੰ ਕਮਾਉਣ ਜਾਂਦਾ ਹੈ, ਪਰ ਅਸਲ ਦੇ ਵਿੱਚ ਧਰਮ ਦੀ ਕਮਾਈ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ ਲਈਏ। ਪਰ ਹੁਣ ਜਦੋਂ ਕੋਈ ਧਾਰਮਿਕ ਪੱਧਰ ਦੇ ਉੱਪਰ ਤੁਰਨਾ ਸ਼ੁਰੂ ਕਰਦਾ, ਸਭ ਤੋਂ ਪਹਿਲਾਂ ਉਹਨੂੰ ਆ ਕਰਕੇ ਇਹ ਹੰਕਾਰ ਹੀ ਘੇਰਦਾ।
ਕੋਈ ਮੇਰੇ ਵਰਗਾ 2-4 ਦਿਨ ਅੰਮ੍ਰਿਤ ਵੇਲੇ ਉੱਠ ਜਾਵੇ ਤੇ ਮਨ ਦੇ ਵਿੱਚ ਬੜਾ ਹੰਕਾਰ ਆ ਜਾਂਦਾ। ਧਾਰਮਿਕ ਪੱਧਰ ਤੇ ਜੀਵਨ ਜਿਉਣਾ ਹੰਕਾਰ ਨੂੰ ਮਾਰਨਾ ਸੀ, ਪਰ ਨਾਲ ਨਾਲ ਹਉਮੈ ਵੀ ਤੁਰੀ ਹੈ, ਉਹਦੇ ਵਿੱਚ ਵੀ ਕਿਤੇ ਵਾਧਾ ਹੋ ਗਿਆ। ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਅੰਦਰ ਨਾ ਟਿਕਾ ਦੀ ਜਿਹੜੀ ਲੈ ਤੁਰੀ ਹੈ, ਉਹਦੇ ਕਰਕੇ ਗੁਰੂ ਕਿਰਪਾ ਕਰੇ। ਪਰ ਜਦੋਂ ਅਸੀਂ ਆਪਣੇ ਹੰਕਾਰ ਨੂੰ ਕਿਤੇ ਮਾਰ ਲਈਏ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਤੇਰਾ ਅੰਦਰ ਕਿਵੇਂ ਦਾ ਹੋਵੇ, ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ। ਜੇ ਕਿਤੇ ਤੂੰ ਰਸਤੇ 'ਚ ਪਏ ਹੋਏ ਰੋੜੇ ਦੇ ਵਾਂਗ ਆਪਣੇ ਆਪ ਨੂੰ ਬਣਾ ਲਵੇਂ, ਜਿਹਨੂੰ ਆ ਕਰਕੇ ਕੋਈ ਵੀ ਠੋਕਰ ਮਾਰ ਦੇਵੇ ਪਰ ਰੋੜੇ ਨੂੰ ਕੋਈ ਫਰਕ ਨਹੀਂ, ਜੇ ਇੱਦਾਂ ਦਾ ਕਿਤੇ ਤੂੰ ਆਪਣੇ ਅੰਦਰ ਨੂੰ ਬਣਾ ਲਵੇਂ, ਫਿਰ ਤਾਹੇ ਮਿਲੇ ਭਗਵਾਨ, ਫਿਰ ਜਾ ਕਰਕੇ ਤੈਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਪਰ ਨਾਲ ਹੀ ਭਗਤ ਸਾਹਿਬਾਨ ਜਦੋਂ ਆਪਣੀ ਸੂਰਤ ਨੂੰ ਹੋਰ ਉੱਚਾ ਚੱਕ ਕੇ ਦੇਖਦੇ ਹਨ ਤੇ ਆਖਦੇ ਹਨ ਕਿ ਨਹੀਂ, ਜੇ ਰੋੜਾ ਵੀ ਤੂੰ ਹੋ ਗਿਆ ਤਾਂ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਵੇਗੀ। ਤੇਰਾ ਜੀਵਨ ਜਿਹੜਾ ਹੈ ਇਹ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਉਂ ਧਰਣੀ ਮੈਂ ਖੇ, ਜਿਵੇਂ ਕਿਤੇ ਮਿੱਟੀ ਹੋ ਜਾਵੇ। ਰੋੜੇ ਨੂੰ ਜਦੋਂ ਠੋਕਰ ਵੱਜੇਗੀ ਤੇ ਰੋੜਾ ਠੋਕਰ ਵਾਲੇ ਨੂੰ ਦੁੱਖ ਦੇਵੇਗਾ, ਪਰ ਤੇਰਾ ਜੀਵਨ ਇੱਦਾਂ ਦਾ ਹੋਣਾ ਚਾਹੀਦਾ ਕਿ ਤੈਨੂੰ ਕੋਈ ਕੁਛ ਵੀ ਆਖ ਦੇਵੇ ਪਰ ਤੇਰਾ ਉਸ ਦੇ ਉੱਪਰ ਪਲਟਵਾਂ ਕੋਈ ਵਾਰ ਨਾ ਹੋਵੇ। ਜਿਵੇਂ ਧੁੱਦਲ ਹੈ ਉਸ ਵਾਂਗ ਤੇਰਾ ਜੀਵਨ ਹੋ ਜਾਵੇ। ਪਰ ਨਾਲ ਹੀ ਅਗਲੇਰੀ ਪੰਕਤੀ ਦੇ ਵਿੱਚ ਆਖਦੇ ਹਨ ਕਿ ਖੇ ਹੋਈ ਤੋ ਕਿਆ ਭਇਆ, ਜੇ ਤੂੰ ਖੇ ਵੀ ਹੋ ਜਾਵੇਂ ਤਾਂ ਵੀ ਅਜੇ ਕਿਤੇ ਨਾ ਕਿਤੇ ਕਮੀ ਹੈ, ਕਿਉਂਕਿ ਕਿਤੇ ਕਿਸੇ ਪੰਖੀ ਦੇ ਉੱਡ ਕੇ ਅੰਗ ਦੇ ਨਾਲ ਲੱਗੇਗੀ, ਕਿਸੇ ਰਾਹੀ ਦੇ ਅੰਗ ਦੇ ਨਾਲ ਲੱਗ ਕੇ ਉਹਨੂੰ ਮਲੀਨ ਕਰ ਦੇਵੇਗੀ। ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ, ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗਾ ਅੰਗ ਹਰ ਜਨ ਐਸਾ ਚਾਹੀਆ ਜਿਉਂ ਪਾਣੀ ਸਰਬੰਗ। ਜਿਵੇਂ ਪਾਣੀ ਹੋ ਜਾਵੇ, ਪਾਣੀ ਕਿਸੇ ਦੀ ਵੀ ਮੈਲ ਉਤਾਰ ਸਕਦਾ ਪਰ ਉਸ ਨੂੰ ਮਲੀਨ ਨਹੀਂ ਕਰਦਾ। ਪਰਮਾਤਮਾ ਦਾ ਸੇਵਕ ਇੱਦਾਂ ਦਾ ਹੋਵੇ ਜਿਵੇਂ ਉਹ ਪਾਣੀ ਹੈ, ਕਿਸੇ ਦੀ ਮੈਲ ਨੂੰ ਉਤਾਰੇਗਾ ਨਾ ਕਿ ਉਹਦੇ ਉੱਪਰ ਮੈਲ ਲਾਵੇਗਾ। ਪਰ ਜਦੋਂ ਅਗੇਲੀ ਪੰਕਤੀ ਦੇ ਵੱਲ ਤੁਰਦੇ ਹਾਂ, ਫਰੀਦ ਭਗਤ ਸਾਹਿਬ ਜੀ ਨੂੰ ਪੁੱਛੀਏ ਕਿ ਭਗਤ ਜੀ ਕੀ ਪਾਣੀ ਦੇ ਨਾਲ ਬਸ, ਆਖਦੇ ਹਨ ਕਿ ਨਹੀਂ, ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੇ ਪਾਣੀ ਵੀ ਕਿਤੇ ਹੋ ਜਾਵੇ ਫਿਰ ਵੀ ਗਰਮੀਆਂ ਦੇ ਵਿੱਚ ਗਰਮ ਹੋ ਜਾਵੇਗਾ, ਸਿਆਲਾਂ ਦੇ ਵਿੱਚ ਸੀਤ ਦੇ ਕਾਰਨ ਠੰਡਾ ਹੋ ਜਾਵੇਗਾ। ਇਵੇਂ ਪਰਮਾਤਮਾ ਦੇ ਜਿਹੜੇ ਪਿਆਰੇ ਹਨ ਇਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਪਰਮਾਤਮਾ ਨੂੰ ਨਹੀਂ ਪਾਉਂਦੀ। ਅਸਲ ਦੇ ਵਿੱਚ ਪਰਮਾਤਮਾ ਦਾ ਸੇਵਕ ਇੱਦਾਂ ਦਾ ਚਾਹੀਦਾ ਜਿਵੇਂ ਪਰਮਾਤਮਾ ਆਪ ਹੈ। ਜਿਵੇਂ ਉਹ ਪਰਮਾਤਮਾ ਆਪ ਹੈ, ਉਹਦੇ ਸੇਵਕ ਦੇ ਵਿੱਚ ਤੇ ਉਹਦੇ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਹੋਣੀ ਚਾਹੀਦੀ। ਸਮਾਂ ਸੀ ਭਗਤ ਕਬੀਰ ਸਾਹਿਬ ਜੀ ਹੁਣਾਂ ਨੇ ਇੱਕ ਬਚਨ ਕੀਤਾ ਕਿ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਦੀ ਸਮਾਂ ਸੀ ਕਬੀਰ ਰਾਮ ਰਾਮ ਜਪਦਾ ਪਿਆ ਸੀ, ਪਰ ਹੁਣ ਮਨ ਮੇਰਾ ਜਿਹੜਾ ਹੈ ਰਾਮ ਜਪਣ ਦੇ ਨਾਲ ਇੰਨਾ ਨਿਰਮਲ ਹੋ ਗਿਆ ਕਿ ਹੁਣ ਜਿਹੜਾ ਹਰ ਹੈ ਇਹ ਮੇਰੇ ਪਿੱਛੇ ਆਉਂਦਾ ਫਿਰਦਾ, ਆਖਦਾ ਕਬੀਰ ਕਬੀਰ। ਭਾਵ ਕਿ ਇੱਕ ਭਗਤ ਅਤੇ ਇੱਕ ਸੇਵਕ ਜਿਹੜਾ ਹੈ, ਜਦੋਂ ਉਹਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਉਹ ਦੋਵੇਂ ਇੱਕ ਰੂਪ ਹੋ ਜਾਂਦੇ ਹਨ। ਅੱਜ ਜਿਨ੍ਹਾਂ ਮਹਾਂਪੁਰਖਾਂ ਦੇ ਅਸਥਾਨਾਂ ਦੇ ਉੱਪਰ ਅਸੀਂ ਮਿਲ ਜੁਲ ਕਰਕੇ ਬੈਠੇ ਹਾਂ, ਜਿਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਬੈਠੇ ਹਾਂ, ਜਿਹੜੇ ਅੰਦਰੋਂ ਅਤੇ ਬਾਹਰੋਂ ਉਸ ਪਰਮਾਤਮਾ ਦੇ ਵਰਗੇ ਹੋ ਗਏ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵੜ ਭਾਗਾ। ਗੁਰੂ ਸਾਹਿਬ ਦੀ ਕਿਰਪਾ ਜਿਨ੍ਹਾਂ ਦੇ ਉੱਪਰ ਹੋ ਜਾਂਦੀ ਹੈ ਉਹ ਫਿਰ ਅੰਦਰੋਂ ਅਤੇ ਬਾਹਰੋਂ ਇੱਕ ਹੋ ਜਾਂਦੇ ਹਨ, ਕੋਈ ਵਿਖਾਵਾ ਨਹੀਂ ਰਹਿੰਦਾ। ਪਰ ਜਦੋਂ ਤੱਕ ਉਹ ਅੰਦਰ ਦੀ ਕਿਰਪਾ ਕਿਤੇ ਨਾ ਕਿਤੇ ਨਹੀਂ ਵਰਤਦੀ, ਉਦੋਂ ਤੱਕ ਬਾਹਰੀ ਦਿਖਾਵਾ ਤੇ ਅੰਦਰ ਦੀ ਅਵਸਥਾ ਦੋਵਾਂ ਦੇ ਵਿੱਚ ਬੜਾ ਹੀ ਫਰਕ ਰਹਿੰਦਾ ਹੈ। ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਹੈ। ਦਿਖਾਵੇ ਮਾਤਰ ਅਸੀਂ ਕਿਸੇ ਦੇ ਸਾਹਮਣੇ ਧਾਰਮਿਕ ਹੋਵਾਂਗੇ, ਪਰ ਅੰਦਰ ਦੀ ਅਵਸਥਾ ਜਿਹੜੀ ਹੈ ਅਜੇ ਬਹੁਤ ਹੀ ਨੀਵੀਂ ਹੈ, ਉਹਦੇ ਵਿੱਚ ਅਜੇ ਸਾਡੇ ਬਹੁਤ ਹੀ ਕਮੀ ਹੋਵੇਗੀ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਹਨ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਂਦੇ ਹਨ, ਨਾਮ ਦੇ ਜਪਣ ਦੇ ਕਰਕੇ ਉਹਨਾਂ ਦੇ ਵਿੱਚ
ਅੰਦਰ ਅਤੇ ਬਾਹਰ ਜਿਹੜਾ ਹੈ ਇਹ ਬਿਲਕੁਲ ਉਹਨਾਂ ਦੀ ਸਮਾਨਤਾ ਹੋ ਜਾਂਦੀ ਹੈ। ਗੁਰੂ ਸਾਹਿਬ ਕਿਰਪਾ ਕਰਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਵਾਲੇ ਪਾਸੇ ਨੂੰ ਫੇਰੀ ਤੇ ਜਦੋਂ ਗਏ ਸਨ, ਉੱਥੇ ਸਤਿਗੁਰਾਂ ਨੇ ਕਬਰਸਤਾਨ ਦੇ ਵਿੱਚ ਜਾ ਕਰਕੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਮਰਦਾਨਾ ਜੀ ਰਬਾਬ ਛੇੜੋ। ਰਬਾਬ ਦੀ ਧੁਨ ਛਿੜੀ ਆ ਤੇ ਉੱਥੇ ਸਤਿਗੁਰਾਂ ਨੇ ਗੁਰਬਾਣੀ ਦਾ ਕੀਰਤਨ ਸ਼ੁਰੂ ਕੀਤਾ। ਹੁਣ ਕੀਰਤਨ ਸ਼ੁਰੂ ਹੋਇਆ, ਲਾਗੇ ਦੇ ਜਿਹੜੇ ਲੋਕ ਸਨ ਉਹ ਇਕੱਤਰ ਹੋਣੇ ਸ਼ੁਰੂ ਹੋ ਗਏ। ਉੱਥੇ ਕਾਜੀ ਨੂੰ ਪਤਾ ਲੱਗਾ ਕਿ ਕੋਈ ਹਿੰਦੂ ਫਕੀਰ ਆਇਆ ਹੋਇਆ ਹੈ। ਉਹਨੇ ਆ ਕਰਕੇ ਕੀਰਤਨ ਸ਼ੁਰੂ, ਗਾਉਣਾ ਵਜਾਉਣਾ ਸ਼ੁਰੂ ਕਰ ਦਿੱਤਾ। ਮੁਸਲਮਾਨ ਸ਼ਰ੍ਹਾ ਦੇ ਮੁਤਾਬਕ ਜਿਹੜਾ ਗਾਉਣਾ ਵਜਾਉਣਾ ਹੈ ਇਹ ਬੰਦ ਹੈ। ਉਹਨਾਂ ਨੇ ਇਹ ਗਾਉਣ ਵਜਾਉਣ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚੋਂ ਕੱਢਿਆ ਹੋਇਆ ਹੈ। ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਦੇ ਇਹ ਗਾਉਣ ਵਜਾਉਣ ਜਿਹੜਾ ਹੈ ਇਹ ਨਹੀਂ ਹੋ ਸਕਦਾ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਸ਼ੁਰੂ ਕੀਤਾ, ਸੰਗਤ ਇਕੱਤਰ ਹੋਣੀ ਸ਼ੁਰੂ ਹੋ ਗਈ। ਐਸਾ ਮਧੁਰ ਆਵਾਜ਼ ਦੇ ਵਿੱਚ ਕੀਰਤਨ ਸੀ ਕਿ ਉੱਥੇ ਦੀ ਐਨਵਾਇਰਮੈਂਟ ਜਿਹੜੀ ਸੀ ਉਹ ਵੀ ਬਿਲਕੁਲ ਹੀ ਬਦਲ ਗਈ। ਪੰਛੀ ਜਿਹੜੇ ਉੱਡਣਾ ਭੁੱਲ ਗਏ, ਉੱਥੇ ਹਵਾ ਵਾਯੂ ਜਿਹੜੀ ਚੱਲਦੀ ਸੀ ਉਹ ਵੀ ਇੱਕਦਮ ਸ਼ਾਂਤ ਹੋ ਗਈ। ਇੱਕਦਮ ਉੱਥੇ ਠੰਡ ਵਰਤਣ ਲੱਗ ਪਈ। ਸੰਗਤ ਇਕੱਤਰ ਹੋਣੀ ਸ਼ੁਰੂ ਹੋ ਗਈ। ਜਿਹੜਾ ਉੱਥੇ ਆਵੇ ਉਹੀ ਮਧੁਰ ਹੋ ਕਰਕੇ ਸਤਿਗੁਰਾਂ ਕੀ ਬਾਣੀ ਨੂੰ ਉੱਥੇ ਸਰਵਣਾ ਕਰਨਾ ਸ਼ੁਰੂ ਕਰ ਦੇਵੇ। ਜਦੋਂ ਉੱਥੋਂ ਦੇ ਕਾਜੀ ਨੂੰ ਪਤਾ ਲੱਗਿਆ ਕਿ ਇੱਥੇ ਆ ਕਰਕੇ ਕੋਈ ਕਾਫਰ ਗਾਉਣ ਵਜਾਉਣ ਸ਼ੁਰੂ ਕੀਤਾ ਹੈ, ਉਹ ਬੜਾ ਕ੍ਰੋਧ ਹੋਇਆ। ਆਪਣੇ ਨਾਲ ਚੇਲਿਆਂ ਨੂੰ ਲਿਆ। ਉਹਨਾਂ ਨੇ ਨਾਲ ਪੱਥਰ ਲਏ, ਜਿਹਦੇ ਹੱਥ ਦੇ ਵਿੱਚ ਚਾਕੂ ਆਇਆ। ਜੋ ਜੋ ਕਿਸੇ ਦੇ ਹੱਥ ਦੇ ਵਿੱਚ ਆਇਆ ਆਪਣੇ ਹੱਥ ਦੇ ਵਿੱਚ ਲੈਣਾ ਕੀਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਵਾਲੇ ਪਾਸੇ ਨੂੰ ਉਹ ਬੜੀ ਤੇਜ਼ੀ ਦੇ ਨਾਲ ਦੌੜੇ ਕਿ ਅਸੀਂ ਜਾ ਕਰਕੇ ਵੇਖਦੇ ਹਾਂ ਕਿਹੜਾ ਕਾਫਰ ਸਾਡੀ ਧਰਤੀ ਦੇ ਉੱਤੇ ਗਾਉਣ ਵਜਾਉਣ ਕਰਦਾ। ਜਦੋਂ ਉਹ ਅਜੇ 100 ਗਜ ਦੀ ਦੂਰੀ ਦੇ ਉੱਪਰ ਸਨ, ਸਤਿਗੁਰ ਜੀ ਆਪਣੀ ਮਧੁਰ ਧੁਨ ਦੇ ਵਿੱਚ ਕੀਰਤਨ ਅਲਾਪ ਰਹੇ ਸਨ। ਜਦੋਂ ਕੀਰਤਨ ਉਹਨਾਂ ਦੇ ਤੱਕ ਪਹੁੰਚਿਆ, ਜਦੋਂ ਸਤਿਗੁਰਾਂ ਦੇ ਕੋਲ ਅਜੇ 100 ਗਜ ਦੀ ਦੂਰੀ ਤੇ ਹੀ ਸਨ, ਸਾਰਿਆਂ ਦੇ ਪੈਰ ਜਿਹੜੇ ਸੀ ਉਹ ਰੁਕ ਗਏ। ਜਿਨ੍ਹਾਂ ਨੇ ਚਾਕੂ ਫੜੇ ਸਨ, ਹਾਥੀ ਉੱਪਰ ਦੇ ਉੱਪਰ ਰਹਿ ਗਏ, ਉੱਥੇ ਹੀ ਖੜੇ ਹੋ ਗਏ। ਜਿਨ੍ਹਾਂ ਨੇ ਬੱਟੇ ਪਾ ਕੇ ਝੋਲੀਆਂ ਗਲ ਦੇ ਵਿੱਚ ਪਾਈਆਂ ਸਨ, ਉਹ ਝੋਲੀਆਂ ਉਹਨਾਂ ਦੇ ਆਪਣੇ ਪੈਰਾਂ ਤੇ ਡਿੱਗੀਆਂ। ਭਾਵ ਸਾਰਾ ਉੱਥੇ ਜਿਹੜਾ ਮਾਹੌਲ ਸੀ ਉਹ ਬਦਲ ਗਿਆ। ਕਾਜੀ ਬੜਾ ਕ੍ਰੋਧ ਹੋਇਆ। ਕ੍ਰੋਧ ਦਾ ਮਾੜਾ ਉੱਥੋਂ ਪਿੱਛੇ ਨੂੰ ਹੀ ਮੁੜ ਗਿਆ ਤੇ ਬਾਕੀ ਜਿਹੜੀ ਸੰਗਤ ਸੀ ਇਹ ਪਿਆਰ ਦੇ ਨਾਲ ਉੱਥੇ ਕੀਰਤਨ ਸਰਵਣ ਕਰਨਾ ਸ਼ੁਰੂ ਕਰ ਦਿੱਤਾ। 3 ਦਿਨ ਹੋਏ ਸਤਿਗੁਰਾਂ ਨੂੰ ਉੱਥੇ ਕੀਰਤਨ ਕੀਤਾ। 3 ਦਿਨਾਂ ਤੋਂ ਬਾਅਦ ਸਤਿਗੁਰਾਂ ਨੂੰ ਪਤਾ ਲੱਗਾ ਕਿ ਜਿਹੜਾ ਕਾਜੀ ਇੱਥੇ ਕਾਫਰ ਤੋਲ ਕੇ ਗਿਆ ਸੀ, ਜਿਹੜਾ ਆਖਦਾ ਸੀ ਕਿ ਇਹ ਕਾਫਰ ਹੈ ਤੇ ਇਹਨੂੰ ਸੁਣਨ ਵਾਲੇ ਵੀ ਕਾਫਰ ਹਨ, 3 ਦਿਨਾਂ ਤੋਂ ਬੜਾ ਭਿਆਨਕ ਬਿਮਾਰ ਹੈ। ਉਹਦਾ ਜਦੋਂ ਸਤਿਗੁਰਾਂ ਨੂੰ ਪਤਾ ਲੱਗਿਆ ਕਿ ਉਹ ਬਹੁਤ ਬਿਮਾਰ ਹੈ, ਮਰਦਾਨਾ ਜੀ ਨੂੰ ਆਖਣ ਲੱਗੇ ਕਿ ਚਲੋ ਭਾਈ ਮਰਦਾਨਾ ਜੀ ਉਸ ਕਾਜੀ ਨੂੰ ਰਾਜੀ ਕਰਕੇ ਆਉਂਦੇ ਹਾਂ। ਮਰਦਾਨਾ ਜੀ ਆਖਣ ਲੱਗੇ ਕਿ ਮਹਾਰਾਜ ਉਹ ਤੁਹਾਨੂੰ ਇੰਨਾ ਬੁਰਾ ਭਲਾ ਬੋਲ ਕੇ ਗਿਆ, ਤੁਸੀਂ ਫਿਰ ਵੀ ਉਹਨੂੰ ਰਾਜੀ ਕਰਨ ਦੀਆਂ ਗੱਲਾਂ ਕਰਦੇ ਹੋ। ਆਖਣ ਲੱਗੇ ਕਿ ਨਹੀਂ ਮਰਦਾਨਿਆ, ਅਸੀਂ ਆਏ ਹੀ ਇਸ ਕਾਰਜ ਵਾਸਤੇ। ਕੋਈ ਧਾਰਮਿਕ ਬੰਦਾ ਸਾਡੇ ਤੋਂ ਕੀ ਲੈ ਲਵੇਗਾ, ਅਸੀਂ ਤੇ ਪਾਪੀਆਂ ਨੂੰ ਹੀ ਤਾਰਨ ਆਏ ਹਾਂ। ਤੂੰ ਚੱਲ, ਅਸੀਂ ਉਹਦੇ ਕੋਲ ਜਾਣਾ। ਭਾਈ ਮਰਦਾਨਾ ਜੀ ਨਾਲ ਗਏ। ਜਦੋਂ ਉਹਦੇ ਦਰਵਾਜ਼ੇ ਦੇ ਉੱਪਰ ਪਹੁੰਚੇ, ਦਰਵਾਜ਼ਾ ਖੜਕਾਇਆ। ਉਹਦੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ, ਪੁੱਛਿਆ ਕਿ ਤੁਸੀਂ ਕੌਣ ਹੋ? ਆਖਣ ਲੱਗੇ ਕਿ ਮੇਰਾ ਨਾਮ ਨਾਨਕ ਹੈ, ਅਸੀਂ ਤੁਹਾਡੇ ਪਿਤਾ ਜੀ ਨੂੰ ਮਿਲਣ ਆਏ ਹਾਂ। ਉਹਨੇ ਅੰਦਰੋਂ ਸੁਣਿਆ, ਆਖਣ ਲੱਗਾ ਬੜੀ ਉੱਚੀ ਆਵਾਜ਼ ਦੇ ਵਿੱਚੋਂ ਅੰਦਰੋਂ ਬੋਲਿਆ ਕਿ ਇਹ ਕਾਫਰ ਨੂੰ ਆਖੋ ਇੱਥੋਂ ਹੀ ਮੁੜ ਜਾਵੇ, ਮੈਂ ਇਹਦੇ ਦਰਸ਼ਨ ਨਹੀਂ ਕਰਨੇ, ਮੇਰੇ ਮੱਥੇ ਨਾ ਲੱਗੇ। ਇੰਨਾ ਹੰਕਾਰ ਦੇ ਵਿੱਚ, ਇੰਨਾ ਮਾਣ ਦੇ ਵਿੱਚ ਉਹ ਅੰਦਰੋਂ ਬੋਲਿਆ ਕਿ ਮੇਰੇ ਮੱਥੇ ਨਾ ਲੱਗੇ। ਸਤਿਗੁਰਾਂ ਨੇ ਦੁਬਾਰਾ ਆਖਿਆ ਕਿ ਭਾਈ ਅਸੀਂ ਤੁਹਾਡੀ ਦਵਾ ਦਾਰੂ ਵਾਸਤੇ ਆਏ ਹਾਂ, ਸਾਨੂੰ ਅੰਦਰ ਆਉਣ ਦਿਓ। ਉਹਨੇ ਫਿਰ ਉਹੀ ਜਵਾਬ ਦਿੱਤਾ ਕਿ ਇਹਨੂੰ ਕਹੋ ਕਿ ਤੁਸੀਂ ਬਾਹਰੋਂ ਹੀ ਮੁੜ ਜਾਵੋ। ਐਸੇ ਸਤਿਗੁਰੂ ਨਿਮਰਤਾ ਦੇ ਪੁੰਜ ਆਪ ਗਏ ਹਨ ਕਿਰਪਾ ਕਰਨ ਵਾਸਤੇ। ਜਿਹਦੇ ਤੇ ਕਿਰਪਾ ਕਰਨ ਗਏ ਹਨ ਉਹ ਕਿਰਪਾ ਲੈਣੀ ਵੀ ਨਹੀਂ ਚਾਹੁੰਦਾ, ਪਰ ਫਿਰ ਵੀ ਸਤਿਗੁਰਾਂ ਦਾ ਬਿਰਧ ਹੈ, ਸਤਿਗੁਰਾਂ ਦਾ ਸੁਭਾਅ ਹੈ
ਐਸੀ ਨਿਮਰਤਾ ਦੇ ਪੁੰਜ ਹਨ। ਸਤਿਗੁਰੂ ਜੀ ਤੀਸਰੀ ਵਾਰ ਫਿਰ ਆਖਦੇ ਹਨ ਕਿ ਭਾਈ ਅਸੀਂ ਤੁਹਾਡੇ ਤੋਂ ਮਾਫੀ ਮੰਗਣ ਵਾਸਤੇ ਆਏ, ਮਾਫੀ ਮੰਗਣ ਵਾਸਤੇ ਆਏ ਹਾਂ। ਜਦੋਂ ਇੰਨੀ ਗੱਲ ਆਖੀ ਤੇ ਉਹਨੇ ਆਖਿਆ ਕਿ ਇਹਨਾਂ ਦੇ ਉੱਪਰ ਇੱਕ ਚਾਦਰ ਦੇ ਦੇਵੋ, ਇਹ ਚਾਦਰ ਆਪਣੇ ਉੱਪਰ ਲੈ ਕੇ ਅੰਦਰ ਆ ਸਕਦੇ ਹਨ। ਸਤਿਗੁਰਾਂ ਨੇ ਚਾਦਰ ਲਈ, ਆਪਣੇ ਉੱਪਰ ਓਢੀ। ਚਾਦਰ ਓਢ ਕੇ ਜਦੋਂ ਸਤਿਗੁਰ ਜੀ ਅੰਦਰ ਗਏ ਤੇ ਜਾ ਕਰਕੇ ਜਦੋਂ ਕਾਜੀ ਨੇ ਦਰਸ਼ਨ ਕੀਤੇ ਤੇ ਇੱਕ ਵਾਰ ਉਹਨਾਂ ਦਾ ਮਨ ਜਿਹੜਾ ਸੀ, ਉਹ ਹੰਕਾਰ ਜਿਹੜਾ ਸੀ, ਇੱਕ ਵਾਰ ਟੁੱਟ ਗਿਆ, ਮਨ ਸ਼ਾਂਤ ਹੋ ਗਿਆ। ਸਤਿਗੁਰਾਂ ਨੇ ਜਾ ਕਰਕੇ ਉਹਨਾਂ ਨੂੰ ਉੱਥੇ ਫਿਰ ਫਤਿਹ ਦੀ ਸਾਂਝ ਪਾਈ, ਪਰ ਅਜੇ ਤੱਕ ਵੀ ਮਨ ਦੇ ਵਿੱਚ ਥੋੜ੍ਹੇ ਜਿਹੇ ਸ਼ੰਕੇ ਹਨ। ਉੱਠਣ ਦਾ ਯਤਨ ਕਰਦਾ ਹੈ ਕਿ ਕਿਸੇ ਤਰ੍ਹਾਂ ਉੱਠ ਜਾਵਾਂ, ਪਰ ਉੱਠਿਆ ਨਹੀਂ ਜਾਂਦਾ। ਸਤਿਗੁਰਾਂ ਨੇ ਆਪਣੀ ਬਾਂਹ ਉਹਦੇ ਲੱਕ ਦੇ ਵਿੱਚ ਫਸਾਈ ਤੇ ਉਹਨੂੰ ਕਲਾਬੇ ਦੇ ਵਿੱਚ ਲੈ ਲਿਆ। ਭਾਈ ਮਰਦਾਨਾ ਜੀ ਵੇਖਦੇ ਹਨ ਕਿ ਉਹ ਇੰਨਾ ਬੁਰਾ ਲਵਾਜ਼ ਅੱਗੋਂ ਬੋਲਦਾ ਹੈ, ਪਰ ਸਤਿਗੁਰ ਜੀ ਫਿਰ ਵੀ ਉਹਨੂੰ ਆਪਣੀ ਕਲਾਵੇ 'ਚ ਲਿਆ ਕਰਦੇ ਹਨ। ਜਦੋਂ ਸਤਿਗੁਰਾਂ ਨੇ ਅਜੇ ਆਪਣਾ ਹੱਥ ਸਪਰਸ਼ ਹੀ ਕੀਤਾ ਸੀ, ਕਲਾਵੇ ਵਿੱਚ ਹੀ ਲਿਆ ਸੀ, ਕਿ ਉਹਦੀ ਜਿਹੜੀ ਸੁਰਤੀ ਸੀ ਉਹ ਕਿਸੇ ਅਗੰਮੀ ਦੁਨੀਆ ਦੇ ਵਿੱਚ ਚਲੀ ਗਈ। ਹੁਣ ਕੀ ਤੱਕਦਾ ਹੈ ਕਿ ਉਹਨੂੰ ਦੋ ਭਿਆਨਕ ਜਮਦੂਤ ਜਿਹੜੇ ਸੀ ਇਹ ਲੈ ਕੇ ਜਾਂਦੇ ਪਏ ਸਨ। ਜਦੋਂ ਲੈ ਕੇ ਜਾਂਦੇ ਪਏ ਸਨ, ਅਚਾਨਕ ਹੀ ਉੱਥੇ ਆਕਾਸ਼ਬਾਣੀ ਹੋਈ ਕਿ ਇਹਨੂੰ ਛੱਡ ਦੇਵੋ, ਇਹ ਹੁਣ ਬਖਸ਼ਿਆ ਗਿਆ ਹੈ। ਅੱਲਾਹ ਆਪ ਪਰਮਾਤਮਾ ਜਿਹੜਾ ਹੈ ਇਹ ਦੁਨੀਆ ਦਾ ਦੌਰਾ ਕਰਦਾ ਪਿਆ ਸੀ, ਉਹਨੇ ਜਾ ਕਰਕੇ ਇਹਦੇ ਦਰਸ਼ਨ ਕਰ ਲਏ ਹਨ, ਇਹ ਹੁਣ ਬਖਸ਼ਿਆ ਗਿਆ ਹੈ। ਭਾਵ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਿਲ ਮਾਤਰ ਦਰਸ਼ਨਾਂ ਦੇ ਨਾਲ ਉਹਦੀ ਜਿਹੜੀ ਸੀ ਉਹ ਗਤੀ ਹੋ ਗਈ। ਗੁਰੂ ਸਾਹਿਬ ਕਿਰਪਾ ਕਰਨ, ਐਸੇ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦੀ ਬਖਸ਼ਿਸ਼ ਬੇਅੰਤ ਹੈ। ਭਾਈ ਵੀਰ ਜੀ ਹੁਣੀ ਆਖਦੇ ਸਨ ਕਿ ਜੇ ਤੂੰ ਬੜਾ ਪਾਪੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਤੇਰੇ ਪਾਪ ਜਿਹੜੇ ਹਨ ਇਹ ਗਿਣਤੀ ਮਿਣਤੀ ਦੇ ਵਿੱਚ ਤੇ ਹਨ ਨਾ, ਪਰ ਗੁਰੂ ਨਾਨਕ ਦੀ ਬਖਸ਼ਿਸ਼ ਜਿਹੜੀ ਹੈ ਇਹ ਗਿਣਤੀ ਮਿਣਤੀ ਦੇ ਵਿੱਚ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਿਰ ਸਾਰੀਆਂ ਜਿਹੜੀਆਂ ਤਰੁੱਟੀਆਂ ਕਮੀਆਂ ਹਨ ਉਹਨਾਂ ਨੂੰ ਦੂਰ ਕਰ ਦਿੰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਇੰਨੀ ਕੁ ਦਾਸਰੇ ਦੀ ਜਿਹੜੀ ਹਾਜ਼ਰੀ ਹੈ ਇਸ ਨੂੰ ਪ੍ਰਵਾਨ ਕਰਨ। ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਵਿਚਾਰਾਂ ਕਰਦੇ ਹੋ ਜਾਂਦੀਆਂ ਹਨ। ਆਪ ਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਗਾਹ ਤੋਂ ਸੀਸ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵਾ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸੁਖਿੰਦਰ ਸਿੰਘ ਜੀ ਜਿਨ੍ਹਾਂ